ਸਵਾਗਤ ਹੈ ਜੀ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ RHS ਸਟੱਡੀ ਦੇ ਵਿੱਚ। ਅੱਜ ਆਪਾਂ ਗੱਲ ਕਰਾਂਗੇ ਏਸ਼ੀਆ ਮਹਾਦੀਪ ਬਾਰੇ। ਇੱਕੋ ਹੀ ਲੈਕਚਰ ਦੇ ਵਿੱਚ ਆਪਾਂ ਏਸ਼ੀਆ ਮਹਾਦੀਪ ਦੇ ਵਿੱਚ ਜੋ ਕੁਝ ਵੀ ਪਾਇਆ ਜਾਂਦਾ ਹੈ, ਜਿਹੜੇ ਵੀ ਇੰਪੋਰਟੈਂਟ ਚੀਜ਼ਾਂ ਨੇ ਏਸ਼ੀਆ ਮਹਾਦੀਪ ਬਾਰੇ, ਆਪਾਂ ਇੱਕੋ ਹੀ ਲੈਕਚਰ ਦੇ ਵਿੱਚ ਉਸ ਨੂੰ ਕਵਰ ਕਰਾਂਗੇ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਅੱਜ ਦੀ ਕਲਾਸ ਹੈ ਪਸੰਦ ਆਵੇ। ਸੋ ਵੱਧ ਤੋਂ ਵੱਧ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਸੋ ਆਓ ਸਟਾਰਟ ਕਰਦੇ ਆਪਣੇ ਅੱਜ ਦੀ ਕਲਾਸ। ਦੇਖੋ, ਏਸ਼ੀਆ ਮਹਾਦੀਪ ਆਪਣੇ ਜਿਹੜੀ ਭਾਰਤ ਜਿਹੜੇ ਕੁੱਲ ਸੰਸਾਰ ਦੇ ਵਿੱਚ ਜਿਹੜੇ ਮਹਾਦੀਪ ਪਾਏ ਜਾਂਦੇ ਨੇ, ਉਹ ਪਾਏ ਜਾਂਦੇ ਨੇ 7, ਜਿਨ੍ਹਾਂ ਦੀ ਗਿਣਤੀ ਕਿੰਨੀ ਹੈ 7। ਜਿਨ੍ਹਾਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮਹਾਦੀਪ ਪਾਇਆ ਜਾਂਦਾ ਹੈ ਉਹ ਹੈ ਏਸ਼ੀਆ। ਸਭ ਤੋਂ ਜਿਹੜਾ ਵੱਡਾ ਮਹਾਦੀਪ ਹੈ ਉਹ ਏਸ਼ੀਆ, ਤੇ ਸਭ ਤੋਂ ਜਿਹੜਾ ਛੋਟਾ ਉਹ ਆਸਟ੍ਰੇਲੀਆ। ਠੀਕ ਹੈ ਜੀ। ਅੱਜ ਆਪਾਂ ਗੱਲ ਕਰਾਂਗੇ ਏਸ਼ੀਆ ਮਹਾਦੀਪ ਬਾਰੇ, ਜੋ ਸੰਸਾਰ ਦਾ ਸਭ ਤੋਂ ਜ਼ਿਆਦਾ ਵੱਡਾ ਮਹਾਦੀਪ ਹੈ। ਆਓ ਦੇਖੀਏ। ਇਹ ਸੰਸਾਰ ਦਾ ਸਭ ਤੋਂ ਵੱਡਾ ਮਹਾਦੀਪ ਹੈ। ਇਹ ਵਿਸ਼ਵ ਦੇ ਲਗਭਗ 30% ਹਿੱਸੇ ਦੇ ਉੱਪਰ ਫੈਲਿਆ ਹੋਇਆ ਹੈ। ਸੰਸਾਰ ਦਾ ਜਿੰਨਾ ਵੀ ਹਿੱਸਾ ਹੈ ਉਸ ਦੇ ਵਿੱਚੋਂ 30% ਹਿੱਸੇ ਦੇ ਵਿੱਚ ਇਕੱਲਾ ਏਸ਼ੀਆ ਮਹਾਦੀਪ ਪਾਇਆ ਜਾਂਦਾ ਹੈ। ਠੀਕ ਹੈ ਜੀ। ਅੱਗੇ ਦੇਖੋ, ਏਸ਼ੀਆ ਦੇ ਉੱਤਰ ਦੇ ਵਿੱਚ ਕਹਿੰਦੇ ਆਰਕਟਿਕ ਮਹਾਸਾਗਰ। ਉੱਤਰ ਦੇ ਵਿੱਚ ਜੇਕਰ ਆਪਾਂ ਉੱਤਰ ਵਾਲੀ ਗੱਲ ਕਰੀਏ, ਉੱਤਰ ਦੇ ਵਿੱਚ ਆਰਕਟਿਕ ਮਹਾਸਾਗਰ, ਦੱਖਣ ਦੇ ਵਿੱਚ ਹਿੰਦ ਮਹਾਸਾਗਰ, ਪੂਰਬ ਦੇ ਵਿੱਚ ਪ੍ਰਸ਼ਾਂਤ ਮਹਾਸਾਗਰ ਪਾਏ ਜਾਂਦੇ ਨੇ। ਨੋਟ ਕਰਨਾ, ਉੱਤਰ ਦੇ ਵਿੱਚ ਆਰਕਟਿਕ ਮਹਾਸਾਗਰ, ਦੱਖਣ ਦੇ ਵਿੱਚ ਹਿੰਦ ਮਹਾਸਾਗਰ ਅਤੇ ਪੂਰਬ ਦੇ ਵਿੱਚ ਪ੍ਰਸ਼ਾਂਤ ਮਹਾਸਾਗਰ ਪਾਏ ਜਾਂਦੇ ਹਨ। ਕਿੱਥੇ? ਏਸ਼ੀਆ ਦੇ ਵਿੱਚ। ਨੈਕਸਟ ਦੇਖੋ, ਪੱਛਮ ਦੇ ਵਿੱਚ ਯੂਰਾਲ ਪਰਬਤ, ਕੈਸਪੀਅਨ ਸਾਗਰ। 4 ਦਿਸ਼ਾਵਾਂ ਹੁੰਦੀਆਂ ਨੇ। ਪੱਛਮ ਦੇ ਵਿੱਚ ਯੂਰਾਲ ਪਰਬਤ, ਕੈਸਪੀਅਨ ਸਾਗਰ, ਭੂ-ਮੱਧ ਸਾਗਰ ਏਸ਼ੀਆ ਅਤੇ ਯੂਰਪ ਦੀ ਸੀਮਾ ਨੂੰ ਬਣਾਉਂਦੇ ਹਨ। ਠੀਕ ਹੈ ਜੀ। ਪੱਛਮ ਦੇ ਵਿੱਚ ਯੂਰਾਲ ਪਰਬਤ, ਕੈਸਪੀਅਨ ਸਾਗਰ, ਕਾਲਾ ਸਾਗਰ, ਭੂ-ਮੱਧ ਸਾਗਰ ਏਸ਼ੀਆ ਅਤੇ ਯੂਰਪ ਦੀ ਸੀਮਾ ਨੂੰ ਬਣਾਉਂਦੇ ਹਨ। ਨੈਕਸਟ ਦੇਖੋ, ਲਾਲ ਸਾਗਰ ਅਤੇ ਸਵੇਜ਼ ਨਹਿਰ ਏਸ਼ੀਆ ਨੂੰ ਅਫਰੀਕਾ ਨਾਲੋਂ ਅਲੱਗ ਕਰਦੀ ਹੈ। ਪੇਪਰ ਦੇ ਵਿੱਚ ਕਈ ਵਾਰ ਇਹ ਕੁਐਸਚਨ ਬਣਿਆ। ਠੀਕ ਹੈ ਜੀ। ਸੋ ਨੋਟ ਕਰਨ ਵਾਲੀ ਚੀਜ਼ਾਂ ਨੇ। ਲਾਲ ਸਾਗਰ ਅਤੇ ਸਵੇਜ਼ ਨਹਿਰ ਏਸ਼ੀਆ ਨੂੰ ਅਫਰੀਕਾ ਨਾਲੋਂ ਵੱਖ ਕਰਦੀ ਨੇ, ਕਿਉਂਕਿ ਅਫਰੀਕਾ ਵੀ ਕੀ ਹੈ? ਇੱਕ ਮਹਾਦੀਪ ਹੈ। ਠੀਕ ਹੈ ਜੀ। ਨੈਕਸਟ ਦੇਖੋ, ਬੇਰਿੰਗ ਜਲ ਸੰਧੀ। ਬੇਰਿੰਗ ਜਿਹੜੀ ਜਲ ਸੰਧੀ ਹੈ ਏਸ਼ੀਆ ਨੂੰ ਉੱਤਰੀ ਅਮਰੀਕਾ ਨਾਲੋਂ ਅਲੱਗ ਕਰਦੀ ਹੈ। ਬੇਰਿੰਗ ਜਲ ਸੰਧੀ ਏਸ਼ੀਆ ਨੂੰ ਉੱਤਰੀ ਅਮਰੀਕਾ ਨਾਲੋਂ ਅਲੱਗ ਕਰਦੀ ਹੈ। ਲਾਲ ਸਾਗਰ ਅਤੇ ਸਵੇਜ਼ ਨਹਿਰ ਏਸ਼ੀਆ ਨੂੰ ਅਫਰੀਕਾ ਨਾਲੋਂ ਅਲੱਗ ਕਰਦੇ ਨੇ। ਇਹ ਵੀ ਇੱਕ ਆਪਣਾ ਮਹਾਦੀਪ ਹੋ ਗਿਆ, ਅਫਰੀਕਾ ਵੀ ਮਹਾਦੀਪ ਹੋ ਗਿਆ। ਠੀਕ ਹੈ ਜੀ। ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਹੜੇ ਮਹਾਦੀਪ ਨੇ ਆਪਣੇ ਕੁੱਲ 7 ਪਾਏ ਜਾਂਦੇ ਹਨ, ਜਿਨ੍ਹਾਂ ਦੇ ਵਿੱਚ ਏਸ਼ੀਆ ਸਭ ਤੋਂ ਵੱਡਾ। ਖਾਸ ਕਰ ਪੇਪਰ ਦੇ ਵਿੱਚ ਇਹੀ ਕੁਐਸਚਨ ਬਣਦੇ ਨੇ, ਪਹਿਲਾ ਕਿਹੜਾ? ਏਸ਼ੀਆ। ਲਾਸਟ ਸਭ ਤੋਂ ਛੋਟਾ ਕਿਹੜਾ? ਆਸਟ੍ਰੇਲੀਆ। ਠੀਕ ਹੈ ਜੀ। ਅੱਗੇ ਦੇਖੋ, ਏਸ਼ੀਆ ਮਹਾਦੀਪ ਦੇ ਵਿੱਚ ਕਹਿੰਦੇ ਵਿਸ਼ਵ ਦੀ ਲਗਭਗ 60% ਜਨਸੰਖਿਆ ਨਿਵਾਸ ਕਰਦੀ ਹੈ। ਹੁਣ ਦੇਖੋ, 100 ਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ 100% ਦੇ ਵਿੱਚੋਂ 30% ਹਿੱਸੇ ਦੇ ਵਿੱਚ ਏਸ਼ੀਆ ਮਹਾਦੀਪ ਖੁਦ ਪਾਇਆ ਜਾਂਦਾ ਹੈ ਸੰਸਾਰ ਦੀ। ਠੀਕ ਹੈ ਜੀ। ਹੁਣ 100% ਜੇਕਰ ਆਪਾਂ ਜਨਸੰਖਿਆ ਦੀ ਗੱਲ ਕਰੀਏ, ਜਨਸੰਖਿਆ 100% ਦੇ ਵਿੱਚੋਂ 60% ਜਨਸੰਖਿਆ ਜਿਹੜੀ ਏਸ਼ੀਆ ਮਹਾਦੀਪ ਦੇ ਵਿੱਚ ਨਿਵਾਸ ਕਰਦੀ ਹੈ ਇਕੱਲੇ ਦੇ ਵਿੱਚ। ਲਾਸਟ ਕਿੰਨੀ ਬਚੀ? 40% ਹੈ ਜਿਹੜੀ ਬਾਕੀ 6 ਮਹਾਦੀਪਾਂ ਉੱਪਰ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ, ਅਲੱਗ-ਅਲੱਗ ਹੈ ਜਿਹੜੀ ਏਸ਼ੀਆ ਮਹਾਦੀਪ ਦੇ ਵਿੱਚ ਕਹਿੰਦੇ ਸੰਸਾਰ ਦੀ ਸਭ ਤੋਂ ਉੱਚੀ ਪਰਬਤਮਾਲਾ ਹਿਮਾਲਿਆ ਪਰਬਤ ਪਾਈ ਜਾਂਦੀ ਹੈ, ਜਿਹੜੀ ਕਿੱਥੇ ਹੈ? ਨੇਪਾਲ ਦੇ ਵਿੱਚ ਹੈ। ਠੀਕ ਹੈ। ਸਭ ਤੋਂ ਉੱਚੀ ਜਿਹੜੀ ਪਰਬਤਮਾਲਾ ਹੈਗੀ ਉਹ ਪਾਈ ਜਾਂਦੀ ਹੈ, ਕਿਹੜੀ? ਹਿਮਾਲਿਆ ਪਰਬਤ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ, ਜਿਸ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ, ਜਿਸ ਦੀ ਉਚਾਈ ਕਿੰਨੀ ਹੈ? 8850 ਮੀਟਰ, ਜੋ ਕਿ ਨੇਪਾਲ ਦੇ ਵਿੱਚ ਹੈ। ਨੇਪਾਲ ਦੇ ਵਿੱਚ ਕਹਿੰਦੇ ਜਿਹੜੀ ਮਾਊਂਟ ਐਵਰੈਸਟ ਹੈ, ਇਸ ਨੂੰ ਕੀ ਕਿਹਾ ਜਾਂਦਾ? ਸਾਗਰ ਮਾਥਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਨੋਟ ਕਰਨ ਵਾਲੀ ਚੀਜ਼ਾਂ ਨਹੀਂ। ਨੇਪਾਲ ਦੇ ਵਿੱਚ ਕਹਿੰਦੇ ਜਿਹੜੀ ਮਾਊਂਟ ਐਵਰੈਸਟ ਦੀ ਚੋਟੀ ਹੈ ਉਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈਗਾ? ਸਾਗਰ ਮਾਥਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਨੈਕਸਟ ਦੇਖੋ, ਵਿਸ਼ਵ ਦਾ ਸਭ ਤੋਂ ਉੱਚਾ ਪਠਾਰ, ਸੰਸਾਰ ਦਾ ਸਭ ਤੋਂ ਉੱਚਾ ਪਠਾਰ ਤਿੱਬਤ ਦਾ ਪਠਾਰ ਹੈ। ਠੀਕ ਹੈ ਜੀ। ਜਿਸ ਦੀ ਉਚਾਈ ਕਿੰਨੀ ਹੈ? 4875। ਇਹ ਵੀ ਏਸ਼ੀਆ ਮਹਾਦੀਪ ਦੇ ਵਿੱਚ ਪਾਇਆ ਜਾਂਦਾ ਹੈ।
ਜੋ ਕਿ ਏਸ਼ੀਆ ਮਹਾਦੀਪ ਦੇ 2 ਲੱਖ ਵਰਗ ਕਿਲੋਮੀਟਰ ਖੇਤਰ ਦੇ ਵਿੱਚ ਫੈਲਿਆ ਹੋਇਆ ਹੈ। ਤੇ ਇਹ ਜੇ ਇੱਕ ਇਸ ਤਰ੍ਹਾਂ ਬਣਿਆ ਹੋਇਆ, ਇਹ ਕੁਦਰਤੀ ਤੌਰ ਤੇ ਇੱਕ ਛੱਤ ਦੀ ਤਰ੍ਹਾਂ ਬਣਿਆ ਹੋਇਆ, ਜਿਸ ਨੂੰ ਸੰਸਾਰ ਦੀ ਛੱਤ ਵੀ ਕਿਹਾ ਜਾਂਦਾ ਗਾ। ਠੀਕ ਹੈ ਜੀ। ਦੂਸਰਾ ਨਾਮ ਇਸ ਨੂੰ ਕੀ ਲਿਆ ਜਾਂਦਾ ਗਾ? ਸੰਸਾਰ ਦੀ ਛੱਤ ਕਹਿ ਦਿੰਦੇ ਨੇ ਇਸ ਨੂੰ। ਤਿੱਬਤ ਦਾ ਪਠਾਰ ਕਹਿ ਲਓ, ਪਾਮੀਰ ਦਾ ਪਠਾਰ ਕਹਿ ਲਓ, ਇੱਕੋ ਹੀ ਗੱਲ ਹੋ ਗਈ। ਠੀਕ ਹੈ ਜੀ। ਅੱਗੇ ਦੇਖੋ, ਏਸ਼ੀਆ ਮਹਾਦੀਪ ਦੇ ਵਿੱਚ ਕਹਿੰਦੇ ਜਿਹੜੇ ਸਭ ਤੋਂ ਜ਼ਿਆਦਾ ਜਨਸੰਖਿਆ ਕਿਹੜੇ ਦੇਸ਼ ਦੀ ਪਾਈ ਜਾਂਦੀ ਹੈ? ਚੀਨ ਦੀ ਪਾਈ ਜਾਂਦੀ ਹੈ। ਹੁਣ ਇਹ ਤਾਂ ਨਹੀਂ ਹੈਗਾ ਜਿਹੜੇ ਆਪਣੇ 7 ਮਹਾਦੀਪ ਨੇ, ਇਹਨਾਂ ਮਹਾਦੀਪਾਂ ਦੇ ਵਿੱਚ ਅੱਗੇ ਦੇਸ਼ ਆਉਂਦੇ ਨੇ। ਠੀਕ ਹੈ ਜੀ। ਇਹਨਾਂ ਮਹਾਦੀਪਾਂ ਦੇ ਵਿੱਚ ਅੱਗੇ ਦੇਸ਼ ਆਉਂਦੇ ਨੇ, ਜਿਵੇਂ ਇਹਦੇ ਵਿੱਚ ਇੱਕ ਚੀਨ ਹੋ ਗਿਆ, ਸੈਕਿੰਡ ਨੰਬਰ 'ਤੇ ਆਪਣਾ ਭਾਰਤ ਵੀ ਹੋ ਗਿਆ। ਠੀਕ ਹੈ। ਉਹਨਾਂ ਦੀ ਗੱਲ ਆਪਾਂ ਕਿਸੇ ਹੋਰ ਲੈਕਚਰ ਦੇ ਵਿੱਚ ਕਰਾਂਗੇ ਕਿ ਕਿਹੜੇ ਮਹਾਦੀਪ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਦੇਸ਼ ਨੇ ਉਹ ਪਾਏ ਜਾਂਦੇ ਨੇ। ਹੁਣ ਏਸ਼ੀਆ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਕਿਹੜਾ ਹੈਗਾ? ਚੀਨ। ਚੀਨ ਹੈ ਸਭ ਤੋਂ ਪਹਿਲੇ ਨੰਬਰ 'ਤੇ, ਸੈਕਿੰਡ 'ਤੇ ਭਾਰਤ। ਖੇਤਰਫਲ ਦੀ ਦ੍ਰਿਸ਼ਟੀ ਤੋਂ ਕਹਿੰਦੇ ਏਸ਼ੀਆ ਮਹਾਦੀਪ ਦੇ ਵਿੱਚ ਚੀਨ ਸਭ ਤੋਂ ਵੱਡਾ ਅਤੇ ਮਾਲਦੀਵ ਸਭ ਤੋਂ ਛੋਟਾ ਦੇਸ਼ ਪਾਇਆ ਜਾਂਦਾ ਹੈ। ਜੇਕਰ ਆਪਾਂ ਖੇਤਰਫਲ ਦੀ ਦ੍ਰਿਸ਼ਟੀ ਤੋਂ ਗੱਲ ਕਰੀਏ, ਖੇਤਰਫਲ ਕਿੰਨਾ ਹੋ ਗਿਆ? ਜਿਵੇਂ ਆਪਾਂ ਮੰਨ ਲਈਏ ਕਿ ਆਪਣੇ ਭਾਰਤ ਦਾ ਕਿੰਨਾ ਖੇਤਰਫਲ ਹੈ ਨਾ। ਖੇਤਰਫਲ ਦੀ ਦ੍ਰਿਸ਼ਟੀ ਤੋਂ ਕਹਿੰਦੇ ਏਸ਼ੀਆ ਮਹਾਦੀਪ ਦੇ ਵਿੱਚ ਜਿਹੜਾ ਚੀਨ ਹੈ ਸਭ ਤੋਂ ਵੱਡਾ ਅਤੇ ਮਾਲਦੀਵ ਸਭ ਤੋਂ ਛੋਟਾ ਦੇਸ਼ ਪਾਇਆ ਜਾਂਦਾ ਹੈ। ਨੈਕਸਟ ਦੇਖੋ, ਏਸ਼ੀਆ ਦੇ ਵਿੱਚ ਕਹਿੰਦੇ ਸਭ ਤੋਂ ਜਿਹੜੀ ਲੰਬੀ ਨਦੀ ਪਾਈ ਜਾਂਦੀ ਹੈ, ਸਭ ਤੋਂ ਜਿਹੜੀ ਲੰਬੀ ਨਦੀ ਹੈ ਉਹ ਯੰਗਸੀ ਕਿਆਂਗ ਹੈ। ਇੱਥੇ ਨੋਟ ਕਰ ਲਿਓ, ਯੰਗਸੀ ਕਿਆਂਗ ਹੈ। ਅਤੇ ਸਭ ਤੋਂ ਜਿਹੜੀ ਜ਼ਿਆਦਾ ਗਹਿਰਾਈ ਪਾਈ ਜਾਂਦੀ ਉਹ ਅੰਮ੍ਰਿਤ ਸਾਗਰ ਦੀ ਪਾਈ ਜਾਂਦੀ ਹੈ। ਕਿੰਨੀ? 397। ਠੀਕ ਹੈ ਜੀ। ਅੱਗੇ ਦੇਖੋ, ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਪਾਈ ਜਾਣ ਵਾਲੀ ਮੈਰੀਨਾ ਖਾਈ। ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਪਾਈ ਜਾਣ ਵਾਲੀ ਮੈਰੀਨਾ ਖਾਈ, ਜਿਸ ਦੀ ਡੂੰਘਾਈ ਕਿੰਨੀ ਹੈ? 11,022। ਠੀਕ ਹੈ। ਇਹ ਵੀ ਏਸ਼ੀਆ ਮਹਾਦੀਪ ਦੇ ਵਿੱਚ ਪਾਈ ਜਾਂਦੀ, ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਪਾਈ ਜਾਂਦੀ ਹੈ ਇਹ। ਠੀਕ ਹੈ ਜੀ। ਅੱਗੇ ਦੇਖੋ, ਸੰਸਾਰ ਦੀ ਕਹਿੰਦੇ ਸਭ ਤੋਂ ਜ਼ਿਆਦਾ, ਸੰਸਾਰ ਦੀ ਸਭ ਤੋਂ ਗਹਿਰੀ ਜਾਂ ਡੂੰਘਾਈ ਦੇ ਵਿੱਚ ਕਹਿ ਲਓ, ਡੂੰਘੀ ਝੀਲ ਹੈ ਜਿਹੜੀ ਬੈਕਾਲ ਝੀਲ, ਉਹ ਵੀ ਏਸ਼ੀਆ ਦੇ ਵਿੱਚ ਪਾਈ ਜਾਂਦੀ ਹੈ। ਅੱਗੇ ਦੇਖੋ, ਸੰਸਾਰ ਦੀ ਸਭ ਤੋਂ ਵੱਡੀ ਝੀਲ ਕੈਸਪੀਅਨ ਸਾਗਰ ਏਸ਼ੀਆ ਮਹਾਦੀਪ ਦੇ ਵਿੱਚ ਪਾਈ ਜਾਂਦੀ ਹੈ। ਵੱਡੀ ਮਤਲਬ ਕਿ ਲੰਬਾਈ ਦੇ ਵਿੱਚ। ਠੀਕ ਹੈ ਜੀ। ਲੰਬਾਈ ਦੇ ਵਿੱਚ ਜਿਹੜੀ ਸੰਸਾਰ ਦੀ ਸਭ ਤੋਂ ਵੱਡੀ ਝੀਲ ਹੈ ਕੈਸਪੀਅਨ ਸਾਗਰ, ਏਸ਼ੀਆ ਮਹਾਦੀਪ ਦੇ ਵਿੱਚ ਪਾਈ ਜਾਂਦੀ ਹੈ। ਅੱਗੇ ਦੇਖੋ, ਏਸ਼ੀਆ ਵਿੱਚ ਕਹਿੰਦੇ ਸੰਸਾਰ ਦਾ ਸਭ ਤੋਂ ਲੰਬਾ ਰੇਲਵੇ ਪਲੇਟਫਾਰਮ ਗੋਰਖਪੁਰ ਭਾਰਤ ਦੇ ਵਿੱਚ ਪਾਇਆ ਜਾਂਦਾ ਹੈਗਾ। ਏਸ਼ੀਆ ਦਾ ਜਿਹੜਾ ਸਭ ਤੋਂ ਜ਼ਿਆਦਾ ਲੰਬਾ ਰੇਲਵੇ ਪਲੇਟਫਾਰਮ ਹੈ ਗੋਰਖਪੁਰ ਦੇ ਵਿੱਚ ਪਾਇਆ ਜਾਂਦਾ ਭਾਰਤ ਦੇ ਵਿੱਚ, ਜਿਸ ਦੀ ਲੰਬਾਈ ਕਿੰਨੀ ਹੈ? 1.3 ਕਿਲੋਮੀਟਰ। ਠੀਕ ਹੈ। ਇਹ ਨੋਟ ਕਰਨ ਵਾਲੀਆਂ ਚੀਜ਼ਾਂ ਨਹੀਂ ਅੱਜ ਦੇ ਲੈਕਚਰ ਦੇ ਵਿੱਚ। ਇਸ ਤੋਂ ਬਾਅਦ ਦੇਖੋ, ਏਸ਼ੀਆ ਦੇ ਵਿੱਚ ਕਹਿੰਦੇ ਸੰਸਾਰ ਦਾ ਸਭ ਤੋਂ ਜ਼ਿਆਦਾ ਜਨਸੰਖਿਆ ਘਣਤਰ ਵਾਲਾ ਦੇਸ਼ ਹੈ ਜਿਹੜਾ ਉਹ ਸਿੰਗਾਪੁਰ ਹੈ। ਸਭ ਤੋਂ ਜ਼ਿਆਦਾ ਜਨਸੰਖਿਆ ਘਣਤਰ ਵਾਲਾ ਦੇਸ਼ ਸਿੰਗਾਪੁਰ ਹੈ। ਉਸ ਤੋਂ ਬਾਅਦ ਦੇਖੋ, ਏਸ਼ੀਆ ਮਹਾਦੀਪ ਦੇ ਵਿੱਚ ਕਹਿੰਦੇ ਕੁੱਲ 3 ਪ੍ਰਾਇਦੀਪ ਪਾਏ ਜਾਂਦੇ ਹਨ। 3 ਪ੍ਰਾਇਦੀਪ ਉਹਨਾਂ ਕਿਹੜੇ ਕਿਹੜੇ ਉਹਨਾਂ ਦੇ ਵਿੱਚੋਂ? ਅਰਬ ਦਾ ਪ੍ਰਾਇਦੀਪ, ਦੱਖਣ ਦਾ ਪ੍ਰਾਇਦੀਪ, ਇੰਡੋ ਚੀਨ ਦਾ ਪ੍ਰਾਇਦੀਪ। ਠੀਕ ਹੈ ਜੀ। ਅਰਬ ਪ੍ਰਾਇਦੀਪ, ਦੱਖਣ ਪ੍ਰਾਇਦੀਪ, ਇੰਡੋ ਚੀਨ ਪ੍ਰਾਇਦੀਪ। ਅਤੇ ਇਹਨਾਂ ਤਿੰਨਾਂ ਦੇ ਵਿੱਚੋਂ ਅਰਬ ਪ੍ਰਾਇਦੀਪ ਹੈ ਜਿਹੜਾ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਾਇਦੀਪ ਮੰਨਿਆ ਜਾਂਦਾ ਹੈ। ਅਰਬ ਪ੍ਰਾਇਦੀਪ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਾਇਦੀਪ ਮੰਨਿਆ ਜਾਂਦਾ ਹੈ। ਸੋ ਇਸੇ ਦੌਰਾਨ ਜਿਹੜਾ ਅੱਜ ਦਾ ਆਪਣਾ ਲੈਕਚਰ ਇੱਥੇ ਹੀ ਖਤਮ ਹੁੰਦਾ। ਸੋ ਜਿਹੜੀ ਏਸ਼ੀਆ ਮਹਾਦੀਪ ਦੇ ਵਿੱਚ ਜਿਹੜੀ ਕੋਈ ਵੀ ਇੰਪੋਰਟੈਂਟ ਫੈਕਟ ਸੀਗੇ, ਕੁਝ ਕੁ ਨੋਟ ਕਰਨ ਵਾਲੀ ਚੀਜ਼ਾਂ ਸੀ, ਮੈਂ ਤੁਹਾਨੂੰ ਅੱਜ ਦੇ ਲੈਕਚਰ ਦੇ ਵਿੱਚ ਉਹ ਕਰਵਾ ਦਿੱਤੀਆਂ। ਕੱਲ੍ਹ ਨੂੰ ਆਪਾਂ ਕਰਾਂਗੇ ਆਪਣਾ ਨੈਕਸਟ, ਇਸ ਤੋਂ ਬਾਅਦ ਵਾਲਾ ਜਿਹੜਾ ਮਹਾਦੀਪ ਹੋਊਗਾ ਸੈਕਿੰਡ, ਉਸ ਦੇ ਬਾਰੇ। ਠੀਕ ਹੈ ਜੀ। ਸੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਆਪਣੇ ਦੋਸਤਾਂ ਮਿੱਤਰਾਂ ਤੱਕ ਕਮੈਂਟ ਵੀ ਜ਼ਰੂਰ ਕਰਨਾ। ਸੋ ਥੈਂਕ ਯੂ।